Okay, good morning once again, all the students. Uh, Yesterday, we were talking about magic T, EH plane T. We discussed its matrix structure, then calculated various elemental values of the matrix, and discussed the applications of the magic T as well, right? So now not only T's and other components, but these components are also special, like bands, corners, directional couplers. ਆਪਾਂ ਇੱਕ ਘਰਾਂ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਵਿੱਚ ਟੈਪਸ ਲੱਗੀਆਂ ਪਾਣੀ ਵਾਲੀਆਂ। ਜਦੋਂ ਪਲੰਬਰ ਆਉਂਦਾ ਤੇ ਉਹ ਪਲੰਬਿੰਗ ਦਾ ਜਿਹੜਾ ਕੰਮ ਕਰਦਾ ਤੇ ਪਾਈਪ ਫਿਟਿੰਗ ਬੋਲਦੇ ਅਸੀਂ ਉਹਨੂੰ, ਜਿਹੜਾ ਉਹ ਜ਼ਿੰਕ ਦੀਆਂ ਅੱਜ ਕੱਲ੍ਹ ਤਾਂ ਚਲੋ ਹੁਣ ਥੋੜਾ ਹੈਵੀ ਚ ਆ ਗਿਆ ਨਾ, PVC ਦੇ ਵਿੱਚ ਆ ਗਈ ਅੱਜ ਕੱਲ੍ਹ। ਪਹਿਲਾਂ ਉਹ ਹੈਵੀ ਜਿਹੜਾ PP ਸੀ, ਪਹਿਲਾਂ ਜਿਹੜਾ ਸੀ ਉਹ ਜ਼ਿਆਦਾ ਕੀ ਬੋਲਦੇ ਆ, ਜ਼ਿੰਕ ਵੇਸਟ ਸੀਗਾ, ਹੈ ਨਾ। ਉਹਨੂੰ ਆਪਾਂ ਪਾਈਪ ਫਿਟਿੰਗ ਬੋਲਦੇ ਸੀ। ਤੇ ਫਿਰ ਜਿਹੜੀ ਟੈਪ ਸੀਗੀਆਂ ਉਹ ਕ੍ਰੋਮੀਅਮ ਪਲੇਟਿੰਗ ਹੈ, CP ਜਿਹਨੂੰ ਬੋਲਦੇ ਆ। ਪਰ ਹੁਣ ਤੁਸੀਂ ਨੋਟ ਕਰੋ ਕਿ ਘਰਾਂ ਦੇ ਵਿੱਚ ਜਦੋਂ ਪਲੰਬਰ ਤੁਹਾਨੂੰ ਕਹਿੰਦਾ ਇੰਨੇ ਬੈਂਡਸ ਲਾਓ, ਇੰਨੇ ਕਾਰਨਰਸ ਲਾਓ, ਇੰਨੀਆਂ ਟੀਆਂ ਲਾਓ, ਇੰਨੇ ਜੰਕਸ਼ਨ ਲਾਓ, ਇੰਨੀਆਂ ਨਿੱਪਲਾਂ ਲਾਓ, ਕਾਹਦੇ ਵਾਸਤੇ ਕਹਿੰਦਾ? ਕਿਉਂਕਿ ਉੱਥੇ ਪਾਣੀ ਦਾ ਫਲੋ ਆ, ਉਹਨੂੰ ਡਾਇਰੈਕਸ਼ਨ ਅਲੱਗ ਦੇਣ ਲਈ, ਠੀਕ ਨਹੀਂ? ਵੀ ਕਿਚਨ ਨੂੰ ਵੀ ਚਾਹੀਦਾ, ਬਾਥਰੂਮਾਂ ਨੂੰ ਵੀ ਚਾਹੀਦਾ ਪਾਣੀ, ਉੱਪਰ ਵੀ ਚਾਹੀਦਾ, ਲੌਂਚ ਵੀ ਚਾਹੀਦਾ, ਠੀਕ ਹੈ। ਟੈਪਸ ਫਿਰ ਆਪਾਂ ਅਲੱਗ-ਅਲੱਗ ਜਗ੍ਹਾ ਰੱਖੀ ਹੁੰਦੀਆਂ, ਬੈਂਡਸ ਤੇ ਕਾਰਨਰ ਲਗਾ ਕੇ, ਟੀਆਂ ਲਗਾ ਕੇ, ਜੰਕਸ਼ਨ ਲਗਾ ਕੇ, ਯੂਨੀਅਨ ਵਗੈਰਾ ਲਗਾ ਕੇ, ਠੀਕ ਹੈ। ਉਹਦਾ ਕਾਰਨ ਸਿਰਫ ਇਹ ਹੈ ਵੀ ਜਿਹੜਾ ਵਾਟਰ ਆ ਉਹਦੇ ਫਲੋ ਦੀ ਡਾਇਰੈਕਸ਼ਨ ਨੂੰ ਦੇਣਾ। ਇਹੀ ਚੀਜ਼ ਆਪਣੇ ਵੇਵ ਗਾਈਡਸ ਦੇ ਵਿੱਚ ਹੈ, ਜਿਹੜੀ ਇਲੈਕਟ੍ਰੋਮੈਗਨੈਟਿਕ ਫੀਲਡਸ ਨੇ ਉਹਨੂੰ ਦਿਸ਼ਾ ਦੇਣੀ। ਤੁਸੀਂ ਨੋਟ ਕੀਤਾ ਹੋਣਾ, ਅਕਸਰ ਜਦੋਂ ਆਪਾਂ ਬਾਈਪਾਸ ਤੋਂ ਬਾਹਰੋਂ ਬਾਹਰ ਜਾਂਦੇ ਹਾਂ, ਕੋਈ ਵੀ ਬਾਈਪਾਸ ਦੇਖਿਆ ਹੋਊਗਾ ਕਿ ਉੱਥੇ ਸ਼ਾਰਪ ਬੈਂਡ ਨਹੀਂ ਹੈਗਾ, ਹੈ ਨਾ। ਉਹ ਕਰਵ ਮਤਲਬ ਕਰਵੀਲੀਨੀਅਰ ਕਰਵ ਵਾਲਾ ਪਾਥ ਲੈਂਦਾ। ਸਮਝ ਆਉਂਦੀ ਤੁਹਾਨੂੰ? ਇੱਕਦਮ ਸ਼ਾਰਪ ਬੈਂਡ ਨਹੀਂ ਹੈ, ਜਿੱਦਾਂ ਮਤਲਬ 90 ਡਿਗਰੀ ਤੇ ਕਦੀ ਵੀ ਉਹ ਬੈਂਡ ਨਹੀਂ ਬਣਾਉਂਦੇ, ਉਹ ਕਰਵ ਦੀ ਫਾਰਮ ਚ ਬਣਾਉਂਦੇ। ਰੀਜ਼ਨ? ਸ਼ਾਬਾਸ਼। हेलो, हाँ जी सर। ਦੱਸੋ ਅੰਡਰਸਟੂਡ ਆ ਵੀ ਬਿਲਕੁਲ ਐਗਜ਼ੈਕਟਲੀ 90 ਡਿਗਰੀ। ਮੰਨ ਲਓ ਤੁਸੀਂ 90 ਜਾਂ 100 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਜਾ ਰਹੇ ਆ, ਠੀਕ ਹੈ, ਜਾਂ ਆ ਰਹੇ ਆ, ਤੇ ਤੁਹਾਨੂੰ ਅੱਗੇ ਬਿਲਕੁਲ 90 ਡਿਗਰੀ ਦਾ ਬੈਂਡ ਮਿਲਦਾ। ਕਿਆ ਤੁਸੀਂ ਉਨੀ ਹੀ ਸਪੀਡ ਤੇ ਉਸ ਬੈਂਡ ਨੂੰ ਪਾਸ ਕਰ ਜਾਓਗੇ? नहीं सर, बिल्कुल नहीं करोगे ना। पर जे कर्व वाला होया फिर कर सकते सर। हाँ, मतलब ਜਿਹੜਾ ਬਿਲਕੁਲ ਐਗਜ਼ੈਕਟਲੀ 90 ਡਿਗਰੀ ਦਾ, ਉੱਥੇ ਤਾਂ ਬਿਲਕੁਲ ਤੁਹਾਨੂੰ ਡੈਡ ਸਪੀਡ ਸਲੋ ਕਰਨੀ ਪੈਣੀ ਹੈ, ਕਿਉਂਕਿ ਅਗਲਾ ਐਂਡ ਜਿਹੜਾ ਆ ਉਹ ਡਾਰਕ ਆ, ਬਲਾਈਂਡ ਐਂਡ ਆ। ਤੇ ਪਰ ਜਦੋਂ ਇੱਧਰ ਆਪਾਂ ਬਾਈਪਾਸ ਤੋਂ ਜਾਂਦੇ ਆ, ਉਹ ਕਰਵ ਜਿਹੜੀ ਉਹ ਤਾਂ ਸਾਡਾ ਅਸੀਂ ਕੋਈ ਲਾਉਂਦੇ ਹੀ ਨਹੀਂ। 5ਵੇਂ ਗੇਅਰ 'ਚ ਗੱਡੀ ਆ ਤਾਂ 5ਵੇਂ 'ਚ ਰਹਿੰਦੀ ਆ, 80 90 ਤੇ ਚੱਲਦੀ ਆ ਤਾਂ ਉਹਨੇ ਤੇ ਰਹਿੰਦੀ ਆ, ਠੀਕ ਨਹੀਂ? ਤਾਂ ਇਸੇ ਤਰੀਕੇ ਨਾਲ ਜਿਹੜਾ ਬੈਂਡਸ ਆ, ਅਸੀਂ ਉਹਨੂੰ ਪਰਟੀਕੂਲਰ ਐਂਗਲ ਤੇ ਜਾਂ ਰੇਡੀਅਸ ਤੇ ਬੈਂਡ ਕਰਦੇ ਆ ਵੇਵ ਗਾਈਡ ਨੂੰ, ਵੀ ਸ਼ਾਰਪ ਬੈਂਡ ਨਹੀਂ ਦਿੰਦੇ। समझ आ गई? हेलो, बोलते नहीं बच्चे? सर, हाँ जी, आगे समझ। हाँ जी सर। हाँ, ठीक है नहीं। सो ਆਪਾਂ ਅੱਜ ਉਹਦੀ ਗੱਲ ਕਰਾਂਗੇ। ਦੇਖੋ ਵੇਵ ਗਾਈਡ ਬੈਂਡਸ ਕੀ ਆ, ਕਾਰਨਰਸ ਕੀ ਆ। ਸੋ ਇਨ ਆਰਡਰ ਟੂ ਚੇਂਜ ਦੀ ਡਾਇਰੈਕਸ਼ਨ ਆਫ ਪਾਵਰ ਫਲੋ ਕਿਹਦਾ? ਇਲੈਕਟ੍ਰੋਮੈਗਨੈਟਿਕ ਵੇਵਸ ਦੀ એનર્ਜੀ ਦਾ, ਠੀਕ ਹੈ, ਪਾਵਰ ਫਲੋ। ਔਰ ਜ਼ਿਆਦਾ ਡਾਇਰੈਕਸ਼ਨ ਪਾਵਰ ਫਲੋ ਦੀ ਡਾਇਰੈਕਸ਼ਨ ਨੂੰ ਚੇਂਜ ਕਰਨ ਲਈ, ਔਰ ਟੂ ਜੁਆਇਨ ਏ ਸਟੇਟ ਵੇਵ ਗਾਈਡ ਵਿਦ ਅਨਦਰ ਵੇਵ ਗਾਈਡ ਜਾਂ ਕੰਪੋਨੈਂਟਸ ਨਾਲ ਵਿਚ ਆਰ ਨਾਟ ਇਟਸ ਓਨ, ਉਹਦੇ ਵੇਚ ਜਿਹੜੇ ਉਹਦੇ ਰਸਤੇ 'ਚ ਨਹੀਂ ਹੈਗੇ। ਤੇ ਵੇਵ ਗਾਈਡ ਬੈਂਡਸ ਤੇ ਕਾਰਨਰ ਸਾਨੂੰ ਉੱਥੇ ਚਾਹੀਦੇ ਆ। ਸਮਝ ਆ ਗਈ? thus to change the direction of the guide through an arbitrary angle, these waveguide components are used. Bends and corners may be made in either in E plane or in H plane, ठीक है नहीं? हाँ, ਹੁਣ ਦੇਖੋ H plane ਦਾ ਬੈਂਡ ਹੈ ਕਿ ਥੱਲੇ ਡਾਇਆਗਰਾਮ ਦੇਖੋ ਥੋੜੀ ਜਿਹੀ। H plane ਦਾ ਬੈਂਡ ਦਿੱਤਾ ਹੈ, ਦੇਖੋ
ਤੁਸੀਂ ਨੋਟ ਕਰੋ ਕਿ ਬੈਂਡ ਦਾ ਜਿਹੜਾ ਫਾਰ ਐਂਡਸ ਨੇ, ਜੇ ਇਧਰੋਂ ਦੇਖੋ ਆ ਏ ਜਿਹੜੀ ਹੈ ਬ੍ਰੌਡਰ ਡਾਇਮੈਂਸ਼ਨ ਆ ਵੇਵ ਗਾਈਡ ਦੇ, ਬੀ ਨੈਰੋ ਡਾਇਮੈਂਸ਼ਨ ਹੈ, ਇਹ ਇੰਨੀ ਸਾਈਡ ਦਾ ਰੈਕਟੈਂਗੂਲਰ ਵੇਵ ਗਾਈਡ ਹੈ, ਨਹੀਂ ਸਮਝੇ, ਦੂਜਾ ਐਂਡ ਵੀ ਰੈਕਟੈਂਗੂਲਰ ਹੈ, ਪਰ ਕਿਉਂਕਿ ਮੈਨੂੰ ਡਾਇਰੈਕਸ਼ਨ ਦਾ ਮੈਨੂੰ ਉਹਨੂੰ ਬੈਂਡ ਕਰਨਾ ਪੈਣਾ, ਮਤਲਬ ਇਲੈਕਟ੍ਰੋਮੈਗਨੈਟਿਕ ਪਾਵਰ ਜਿਹੜੀ એનર્ਜੀ ਆ ਉਹਦੇ ਫਲੋ ਨੂੰ ਕਿਸੇ ਹੋਰ ਡਾਇਰੈਕਸ਼ਨ ਭੇਜਣ ਲਈ ਮੈਨੂੰ ਵੇਵ ਗਾਈਡ ਨੂੰ ਬੈਂਡ ਕਰਨਾ ਪੈਣਾ। तो जी बेंडिंग है देखो आ रेडियस तो आ लेंदा 2 इंटू लैमडा जी, जिहड़ा इहदा रेडियस है एने रेडियस ते आपां इहनूं बेंड करना। तो लैमडा जी की आपां इहदी बाद च गल करांगे। इदां ही एच प्लेन दे विच आ मिटड कॉर्नर दिखा लिया, आ डबल मिटड कॉर्नर दिखा लिया, ठीक है। तो इहदी आपां गल करदे हां हौली हौली, ठीक है। अच्छा बेंड फिर उन्हें क्या आ नीचे आ गए, सिंस बेंड्स एंड कॉर्नर्स क्रिएट डिसकंटिन्यूएशन। हाँ नैचुरली आप सीधे ही तुरे जा रहे हैं, सानू कोई रास्ते में रुकावट नहीं, सड़क एकदम प्लेन है, पर जो कॉर्नर आ जाए, बेंड आ जाए, शार्प बेंड आ जाए तो साड़ी स्पीड वो नहीं रही है ना, थोड़ी जी डिसकंटिन्यू होंगी है ना। सो बेंड्स एंड कॉर्नर्स क्रिएट डिसकंटिन्यूएशन। उस डिसकंटिन्यूएशन के नाल की बनता, स्टैंडिंग वेव रेशियो विल इनक्रीज। स्टैंडिंग वेव रेशियो की होंगी है, नैचुरली रिफ्लैक्शन होएगी एनर्जी की, विल इनक्रीज आइदर बिकॉज ऑफ रिफ्लैक्शन फ्रॉम ए कॉर्नर और बिकॉज ऑफ ए डिफरेंट ग्रुप वेलोसिटीज इन ए पीस ऑफ बेंट वेव गाइड। ऑब्वियसली हुण जे इहनूं ज़्यादा बेंड मिलिया उहदी स्पीड घट जानी, जे इहनूं थोड़ा घट बेंड मिलिया उहदी स्पीड वध जानी। सो इक्को ही वेव गाइड दे विच ही मतलब साडी वेलोसिटीज अलग हो जानी, उहनूं ग्रुप वेलोसिटी बोलदा, ठीक है। तो जे शार्प बेंड होगा उतों रिफ्लैक्शन हो जानी, वो करके स्टैंडिंग वेव रेशियो जी क्रिएट हो जाती है। हम अगे चलते हैं, अगे शार्प 90 डिग्री बेंड्स क्रिएट टोटल रिफ्लैक्शन, पहले ही कहता, रिजल्टिंग इन इनफाइनाइट स्टैंडिंग वेव रेशियो, ठीक है। देयरफॉर बेंड्स हैव टू बी ग्रैजुअल। वो भाई जे सारा सिग्नल रिफ्लैक्ट ही होकर वापस आ गया, अगे की जाऊ, ठीक है नहीं। इस करके बेंड्स जोड़े बिल्कुल शार्प बेंड नहीं होने चाहिए, खास करके 90 डिग्री वाले बेंड नहीं होने चाहिए। बेंड्स जोड़ा जे बेंड कहता नहीं उन्हें बेंड पैंदा 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 पवे, जानी ग्रैजुअल हौली हौली बेंड हो, जिदा बाईपास तो सड़क नहीं कटी होंगी, समझ आती, जिदा वेरका मिल्क प्लांट तो फोकल पॉइंट वास्ते जी सड़क जाती है, ਜਾਂ ਆਪਾਂ ਇਹ ਕਹੀਏ ਵੀ ਜਿੱਦਾਂ ਹੁਣ ਉਹ PAP ਚੌਂਕ ਹੈ, ਉੱਥੋਂ ਵੀ ਜਿਹੜਾ ਦੇਖੋ ਤੁਸੀਂ ਦੇਖਿਆ ਹੋਣਾ, ਸਾਡੀ ਸਪੀਡ ਰੁਕਦੀ ਆ ਕਾਰਾਂ ਦੀ ਨਹੀਂ ਨਾ, ਮਤਲਬ ਉਹ ਸ਼ਾਰਪ ਬੈਂਡ ਨਹੀਂ ਹੁੰਦੇ, ਜਿੰਨੇ ਵੀ ਬਾਈਪਾਸ ਹੋਣਗੇ ਉਹ ਸ਼ਾਰਪ ਬੈਂਡ ਨਹੀਂ ਹੋਣੇ। ਪਰ ਈਵਨ ਮਤਲਬ ਉਹ ਵੀ ਕਈ ਵਾਰੀ ਵੈਲ ਡਿਜ਼ਾਈਨਡ ਨਹੀਂ ਕੀਤੇ ਹੁੰਦੇ, ਜੇ ਇੰਜੀਨੀਅਰ ਦੁਆਰਾ ਵੈਲ ਸਟਰਕਚਰਡ ਤੇ ਵੈਲ ਡਿਜ਼ਾਈਨ ਹੋਵੇ ਫਿਰ ਗੱਡੀ ਦੀ ਸਪੀਡ ਜਿਹੜੀ ਆ ਉਹ 'ਚ ਡਿਸਕੰਟੀਨਿਊਏਸ਼ਨ ਆਉਂਦੀ ਨਹੀਂ। ਡਿਸਕੰਟੀਨਿਊਏਸ਼ਨ ਦਾ ਮਤਲਬ ਇਹਦੇ ਵਿੱਚ ਵੇਵਗਾਈਡ ਦੇ ਵਿੱਚ स्टैंडिंग वेव रेशियो, ठीक है। इस करके जो बेंड आ असीं उहदी ग्रैजुअल ट्रांजिशन करते हैं। देयरफॉर इट इज़ डिजायरेबल टू हैव ए मीन लेंथ L बिटवीन कंटिन्यूटीज इक्वल टू एन ऑड नंबर ऑफ क्वार्टर वेव लेंथ्स टू मिनिमाइज रिफ्लैक्शन फ्रॉम डिसकंटिन्यूटी। डिसकंटिन्यूटीज तो रिफ्लैक्शन घट होवे ते फिर मीन लेंथ कितनी होनी चाहिए है कंटिन्यूटीज दे विच, ठीक है। वो कहता की होनी चाहिए, वो होनी चाहिए जिदा लैमडा G/4 का मतलब क्वार्टर वेव लेंथ हो गई, क्वार्टर वेव लेंथ का भी ऑड मल्टीपल होना चाहिए। इतने N जे 0 भी पाएगा ना तो भी 1 हो गया, 1 ऑड आ, जे N 1 पाऊंगा फिर ये 3 हो गया, 3 भी ऑड आ, जे N 2 पाएगा ये 5 हो जाना। समझ आ गई? हेलो सर। हाँ, सो ये जी लेंथ है ये लैमडा G/4 का ऑड मल्टीपल्स होएगी, तो जे इदां दी लेंथ होएगी मीन लेंथ होएगी उतों डिसकंटिन्यूटीज नहीं आउणगियां, जिहड़ी लैमडा जी गाइड वेव लेंथ है, ठीक है। तो एच प्लेन जो बेंड आप फिगर पिछली विच शो किया सी, इज ए पीस ऑफ वेव गाइड स्मूथली बेंट इन ए पैरेलल प्लेन टू मैग्नेटिक फील्ड, बेंट इन ए पैरेलल प्लेन टू द मैग्नेटिक फील्ड फॉर डोमिनेंट मोड, ठीक है। सो कहते इन ऑर्डर टू कीप द रिफ्लैक्शंस इन द बेंड स्मॉल। सवाल इत्थे है कि जिहड़ा बेंड इदां दा होना चाहिए उस रिफ्लैक्शंस घट होण, स्टैंडिंग वेव रेशियो घट होवे, तो की कहंदा उहदी उस बेंड दे विच रिफ्लैक्शंस नूं स्मॉल रखण वास्ते की करदे हां असीं, इट्स लेंथ इज मेड सैवरल वेव लेंथ्स टू अवॉइड रिफ्लैक्शंस। आदा
ਅਸੀਂ ਕਈ ਵਾਰੀ ਇਦਾਂ ਵੀ ਲਿਖਦੇ ਹਾਂ ਵੀ ਅਸੀਂ ਜਿਹੜੀ ਉਹਦੀ ਲੈਂਥ ਆ ਉਹਨੂੰ ਸੈਪਰਲ ਵੇਵ n ਜਿਹੜਾ ਆ ਉਹ ਕੋਈ ਵੀ ਇੰਟੀਜਰ ਹੋ ਸਕਦਾ ਇਨ ਐਨੀ ਇੰਟੀਜਰ, l ਜਿਹੜੀ ਉਹਦੀ ਮੀਨ ਲੈਂਥ ਆ। ਪਰ ਲਾਰਜ ਵੈਲਿਊ, ਬਟ ਲਾਰਜ ਵੈਲਿਊ of l make it undesirable because of its size obviously, so l should be decided as per equation 6.4.69। ਇਦਾਂ ਇਦਾਂ ਮੀਨ ਵੈਲਿਊ ਜਿਹੜੀ l ਦੀ ਲੈਂਥ ਦੀ ਆ ਉਹ ਇਦਾਂ ਹੋਣੀ ਚਾਹੀਦੀ ਹੈ। ਕਾਹਦੇ ਲਈ? ਫॉर ਦੀ ਕੈਂਸਲੇਸ਼ਨ ਆਫ ਦੀ ਰਿਫਲੈਕਸ਼ਨਸ ਫਰੋਮ ਦੀ ਸ਼ਾਰਪ ਬੈਂਡਸ। ਪਤਾ ਲੱਗ ਗਿਆ? ਜਿਹੜਾ ਸ਼ਾਰਪ ਬੈਂਡ ਆ ਉਥੋਂ ਰਿਫਲੈਕਸ਼ਨਸ ਘੱਟ ਹੋਣ, ਸਾਨੂੰ ਉਹਦੀ ਮੀਨ ਲੈਂਥ ਆ ਉਹ ਜਿਹੜੀ 4.69 ਓਕੇਸ਼ਨ ਆ ਉਹਦੇ ਹਿਸਾਬ ਨਾਲ ਰੱਖਣਾ। reflected waves from both ends of the waveguide sections are completely cancelled अगर अच्छा अगर mean length कितनी रखिए is an odd number of quarter wave length of the guide आ उतना ही रखता है पहले दसता सी। ठीक है। for the waveguide band minimum radius of the curvature for a small reflection। अच्छा किसी waveguide ਨੂੰ ਅਸੀਂ bend ਦੇਣਾ ਤੇ ਅਸੀਂ minimum radius of curvature कितना रखिए ताकि reflection small रहे। आ देखो R is equal to 1.5 B for an E bend ਤੇ B ਕੀ ਆ? narrow dimensions of the waveguide, ਜਾਨੀ radius ਕਿੰਨਾ ਆ? narrow dimension ਦਾ 1.5 ਟਾਈਮ ਜ਼ਿਆਦਾ। ਪਰ ਕਾਹਦੇ ਵਿੱਚ? E bend ਵਾਸਤੇ। ਇਦਾਂ ਹੀ H bend ਵਾਸਤੇ ਕੀ ਆ? H bend ਵਾਸਤੇ ਕੀ ਆ? ਉੱਥੇ ਵੀ 1.5 ਟਾਈम्स broader dimensions of the waveguide। ਪਤਾ ਲੱਗ ਗਿਆ ਬਈ? ਆਹ ਪੁਆਇੰਟ ਨੋਟ ਕਰਿਓ। ਠੀਕ ਹੈ। ਸੋ A ਤੇ B ਜਿਹੜੀਆਂ ਉਹ ਵੇਵਗਾਈਡ ਦੇ ਡਾਇਮੈਂਸ਼ਨਸ ਨੇ ਜਿਹਦੇ ਲਈ ਅਸੀਂ ਬੈਂਡ ਬਣਾਇਆ। ਐਟ ਲੋ ਫ੍ਰੀਕੁਐਂਸੀਜ਼ ਕਾਰਨਰਸ ਆਰ ਪ੍ਰੈਫਰਡ ਬਿਕੋਜ਼ ਬੈਂਡਸ ਆਰ ਵੈਰੀ ਲੌਂਗ। ਅੱਛਾ ਠੀਕ ਹੈ। ਲੋ ਫ੍ਰੀਕੁਐਂਸੀ ਤੇ ਅਸੀਂ ਕਾਰਨਰਸ ਨੂੰ ਪ੍ਰੈਫਰ ਕਰਦੇ ਹਾਂ ਕਿਉਂਕਿ ਬੈਂਡਸ ਲੌਂਗ ਬਣ ਜਾਂਦੇ ਆ। ਸੱਚ ਏ ਕਾਰਨਰ ਵੁੱਡ ਇੰਟਰੋਡਿਊਸ ਰਿਫਲੈਕਸ਼ਨਸ ਇਫ ਇਟ ਵਰ ਸਿੰਪਲੀ 90 ਡਿਗਰੀ ਕਾਰਨਰ। ਪਹਿਲਾਂ ਹੀ ਦੱਸਤਾ ਕਿਉਂਕਿ ਸ਼ਾਰਪ ਬੈਂਡ ਹੋ ਜਾਣਾ। देयरफॉर ए पार्ट ऑफ इट इज कट टू मेक इट एज शोन। फिर ਅਸੀਂ ਉਹਨੂੰ ਕੱਟ ਕਰੀਦਾ ਜਿੱਦਾਂ ਆਪਾਂ ਮਿਟਡ ਦਿਖਾਇਆ ਉਹਦੇ ਵਿੱਚ B ਪਾਰਟ 'ਚ ਕਾਲਡ H plane corner mitted। if this corner of is used for E plane then there will be a possibility of voltage breakdown at that corner, right? Again thus for E plane a double mitted corner is shown। ਉਹਨੇ ਕੀ ਕਿਹਾ? ਕਹਿੰਦਾ अगर if this type of corner is used for E plane फिर ਉੱਥੇ ਕੀ ਆ? ਜਿਹੜਾ ਪਹਿਲਾਂ ਉੱਪਰ ਦੀ ਗੱਲ ਕੀਤੀ ਸੀ ਉੱਥੇ ਵੋਲਟੇਜ ਬ੍ਰੇਕਡਾਊਨ ਉਸ ਕਾਰਨਰ ਤੇ ਵੋਲਟੇਜ ਦੇ ਬ੍ਰੇਕਡਾਊਨ ਦੀ ਪੋਸੀਬਿਲਿਟੀ ਵੱਧ ਜਾਂਦੀ ਹੈ। ਫਿਰ ਅਸੀਂ ਕੀ ਕਰਦੇ ਹਾਂ? ਬ੍ਰੇਕਡਾਊਨ ਤੋਂ ਬਚਾਉਣ ਵਾਸਤੇ ਅਸੀਂ ਡਬਲ ਮਿਟਡ ਕਾਰਨਰ ਯੂਜ਼ ਕਰਦੇ ਹਾਂ। ਸੋ ਇਨ ਦਿਸ ਕੇਸ ਬੋਥ ਇਨਸਾਈਡ ਐਂਡ ਆਊਟਸਾਈਡ ਕਾਰਨਰ ਸਰਫੇਸ ਆਰ ਕੱਟ ਐਂਡ ਦੀ ਥਿਕਨੈਸ ਆਫ ਦੀ ਕਾਰਨਰ ਇਜ਼ ਸੇਮ ਐਜ਼ दैट ਆਫ ਦੀ ਸਟ੍ਰੇਟ ਪੋਰਸ਼ਨ ਆਫ ਦਾ ਗਾਈਡ। ਇਹ ਪੁਆਇੰਟ ਨੋਟ ਕਰਿਓ ਤੁਸੀਂ। ਅਗਲਾ ਪੇਜ अगर जी मीन लेंथ है λg/4 है then reflections from the corner A and B cancels out and which in turn makes the corner इत्थे आना frequency sensitive। ठीक है। सो तुहानू बैंड्स ते कॉर्नर्स की गल क्लीयर हुई बच्चे? हेलो 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 हाँ जी सर। हाँ वो बोलिया करो है ना। हुण देखो 6 रह गए, पहला 8 सीगे, ये केड़ा चला गया? कौन चला गया हुण? ठीक है तरन चला गया विचों। हाँ जी सर। इन्हां बच्चों का की कर सकते असीं? ट्विस्ट एंड टेपर ट्रांजिशंस। अच्छा टेपरिंग की देखो हुण तुसीं नोट करो। आ मैं तुहानूं 4 वेवगाइड दिखाए। आ एंड सर्कुलर है जिहदा डोमीनेटिंग मोड TE11 है। दूजा एंड रैक्टेंगुलर वेवगाइड का है ना जिहदा डोमीनेटिंग मोड TE10 आ। सो सर्कुलर वेवगाइड वास्ते ये डोमीनेटिंग मोड ते रैक्टेंगुलर वेवगाइड लई ये डोमीनेटिंग मोड। जे असी सर्कुलर तो रैक्टेंगुलर वाल जाना होवे फिर सानू ट्रांजिशन करनी पैनी। आ देखो और मोड भी चेंज होगा क्योंकि ਇਹਦਾ डोमीनेटिंग मोड रैक्टेंगुलर का इदां सर्कुलर टू रैक्टेंगुलर ये ट्रांजिशन है। इनू टेपर भी बोलते हैं असीं। ठीक है। आ टेपर भी बोलते हैं या ट्रांजिशन भी बोलते भी। ट्रांजिशन मतलब एक मोड तो दूजे मोड में एक सर्कुलर का दूजा रैक्टेंगुलर का। इदा ही इधर रैक्टेंगुलर है डोमीनेटिंग मोड है रैक्टेंगुलर का रैक्टेंगुलर मोड का रैक्टेंगुलर वेवगाइड का ये डोमीनेटिंग मोड है। अगर इन्हू मैं सर्कुलर कन्वर्ट करना मैनू फिर रैक्टेंगुलर टू सर्कुलर के ट्रांजिशन करनी पऊ। क्लीयर क्लीयर। हाँ जी हाँ सर। दूसरे पासे आ गया ट्विस्ट। ट्विस्ट की हुंदा कहना
ਕਹਾਣੀ ਵਿੱਚ ਟਵਿਸਟ ਆ ਗਿਆ, ਜਾਨੀ ਮੋੜ ਆ ਗਿਆ। ਤੁਸੀਂ ਆ ਨੋਟ ਕਰੋ, ਆ ਵੇਵਗਾਈਡ, ਇਹ ਵੇਵਗਾਈਡ ਦੀਆਂ ਟ੍ਰਾਂਜੀਸ਼ਨਸ ਨੇ, ਕਿੱਦਾਂ ਦਿਖਾਇਆ, ਆ ਸੀ ਆ, ਉਹ ਬੀ ਸੀ। ਹੁਣ ਤੁਸੀਂ ਦੇਖੋ ਇੱਥੇ 90 ਡਿਗਰੀ ਤੇ ਟਵਿਸਟ ਦਿੱਤਾ, ਆ ਰੈਕਟੈਂਗੂਲਰ ਵੇਵਗਾਈਡ ਦੀ ਪੋਜੀਸ਼ਨ ਆ, ਇਹਨੂੰ ਟਵਿਸਟ ਦਿੱਤਾ ਐਦਾਂ, ਤੇ ਉਧਰਲੇ ਪਾਸੇ ਦੇਖੋ ਬਿਲਕੁਲ ਆ 90 ਡਿਗਰੀ ਤੇ ਟਵਿਸਟ ਦਿੱਤਾ। ਸਮਝ ਆ ਗਈ, ਪਤਾ ਲੱਗ ਗਿਆ, ਠੀਕ ਹੈ। ਤੇ ਆ 45 ਡਿਗਰੀ ਤੇ ਟਵਿਸਟ ਦਿੱਤਾ, ਦੋनों एंड रहे भी रेक्टेंगुलर, पता लग गया। सो ये ट्रांजिशन दिखाई है, क्लियर हो गई गल। टेपर्स एंड हाँ जी सर। हाँ जी, ट्विस्ट एंड अगेन सम रिफ्लैक्शन विल टेक प्लेस, बट रिफ्लैक्शंस कैन बी, आप पहले इसकी गल करते हैं, उपरों पढ़ते उपरों की कहता। हाँ, वेवगाइड ट्रांजिशन एंड टेपर्स वेवगाइड ट्विस्ट टाइप्स आर यूज्ड व्हेनेवर इट इज नेसेसरी टू कपल वेवगाइड्स हैविंग डिफरेंट डायमेंशंस और डिफरेंट क्रॉस सेक्शनल टेप्स। ਜਦੋਂ ਸਾਨੂੰ ਜ਼ਰੂਰਤ ਹੈ ਜਾਂ ਤਾਂ ਵੇਵਗਾਈਡ ਦਾ ਕ੍ਰਾਸ ਸੈਕਸ਼ਨਲ ਦੋਨੋਂ ਅਲੱਗ-ਅਲੱਗ ਹੋਣ, ਜਾਂ ਮੋਡਸ ਵੀ ਅਲੱਗ-ਅਲੱਗ ਹੋਣ। ਮੰਨ ਲਓ ਇੱਧਰ ਸਰਕੂਲਰ ਮੋਡ ਹੈ, ਦੂਜੇ ਪਾਸੇ ਰੈਕਟੈਂਗੂਲਰ ਮੋਡ ਹੈ, ਫਿਰ ਸਾਨੂੰ ਸਰਕੂਲਰ ਟੂ ਰੈਕਟੈਂਗੂਲਰ ਟ੍ਰਾਂਜੀਸ਼ਨ 'ਚ ਜਾਣਾ ਪਊਗਾ। ਜੇ ਇੱਕ ਐਂਡ ਰੈਕਟੈਂਗੂਲਰ ਦਾ ਦੂਜਾ ਸਰਕੂਲਰ ਦਾ, ਫਿਰ ਰੈਕਟੈਂਗੂਲਰ ਟੂ ਸਰਕੂਲਰ ਟ੍ਰਾਂਜੀਸ਼ਨ ਜਾਣਾ ਪਊਗਾ। ਜੇ 90 ਡਿਗਰੀ ਦੀ ਟਵਿਸਟ ਦੇਣੀ ਹੈ ਜਾਂ 45 ਡਿਗਰੀ ਦੀ ਟਵਿਸਟ ਦੇਣੀ ਹੈ, ਫਿਰ ਸਾਨੂੰ ਟਵਿਸਟ ਯੂਜ਼ ਕਰਨੇ ਪੈਣਗੇ। ਪਤਾ ਲੱਗ ਗਿਆ। ਪਰ ਰਿਫਲੈਕਸ਼ਨ ਫਿਰ ਵੀ ਕੁਛ ਨਾ ਕੁਛ ਹੋਏਗੀ ਉਹਨਾਂ ਤੋਂ। Reflections can be reduced if taper section is made gradual। ਕਿੱਦਾਂ ਘਟੂ, ਜੇ ਟੇਪਰ ਜਿਹੜਾ ਸੈਕਸ਼ਨ ਆ ਉਹਨੂੰ ਅਸੀਂ ਗ੍ਰੈਜੂਅਲ ਟ੍ਰਾਂਜੀਸ਼ਨ ਦੇਈਏ। ਮੰਨ ਲਓ ਇੱਕਦਮ ਸ਼ਾਰਪ ਟੇਪਰ ਨਹੀਂ ਦੇਣੀ, ਇੱਕਦਮ ਸ਼ਾਰਪ। ਉਹ ਕਈਆਂ ਨੇ ਪੰਜਾਬੀ ਵਿੱਚ ਵਰਡ ਆ ਸ਼ੈਣੀ, ਸੁਣੀ ਸ਼ੈਣੀ, ਜਿਹੜੇ ਕਾਰਪੈਂਟਰਾਂ ਕੋਲ, ਪਲੰਬਰਾਂ ਕੋਲ, ਪੱਥਰ ਵਾਲਿਆਂ ਕੋਲ ਹੁੰਦੀ ਆ ਸ਼ੈਣੀ, ਉੱਤੇ ਵੀ ਗ੍ਰੈਜੂਅਲ ਟ੍ਰਾਂਜੀਸ਼ਨ ਦਿੱਤੀ ਹੁੰਦੀ ਆ, ਕਿਉਂਕਿ ਉਹਦਾ ਉੱਪਰਲਾ ਐਂਡ ਜਿਹੜਾ ਆ ਉਹ ਸਰਕੂਲਰ ਹੁੰਦਾ ਜਾਂ ਹੈਕਸਾਗਨਲ ਹੁੰਦਾ, ਤੇ ਉਹਦਾ ਫਰੰਟ ਐਂਡ ਨੂੰ ਜਿਹੜਾ ਇੱਕ ਪਾਸੋਂ ਆਪਾਂ ਹਥੌੜਾ ਮਾਰਦੇ ਹਾਂ, ਹੈਮਰਿੰਗ ਕਰਦੇ ਹਾਂ, ਦੂਜੇ ਐਂਡ ਤੇ ਜਿੱਦਾਂ ਆਪਾਂ ਕਿਸੇ ਪੀਸ ਨੂੰ ਕੱਟਣਾ, ਤੇ ਉਹਦੇ ਪੀਸ ਨੂੰ ਆਪਾਂ ਸ਼ਾਰਪ ਥੋੜੇ ਨਾਲ ਕੁੱਟ ਕੇ ਇਹਨਾਂ ਨੂੰ ਸ਼ਾਰਪ ਕਰ ਲਈਦਾ, ਤਿੱਖਾ ਹੋ ਜਾਂਦਾ ਨਾ। ਜਾਂ ਤਾਂ ਉਹ ਗੋਲ ਤੋਂ ਬਣੂਗਾ ਇੱਕ ਕਿਸਮ ਦਾ ਮੂਹਰਲਾ ਐਂਡ, ਥੋੜਾ ਜਿਹਾ ਰੈਕਟੈਂਗੂਲਰ ਪੀਸ ਬਣੂਗਾ, ਜਾਂ ਉਸ ਤੋਂ ਵੀ ਸ਼ਾਰਪ ਬਣੂਗਾ, ਤੇ ਜਾਂ ਮਤਲਬ ਉਹ ਟ੍ਰਾਂਜੀਸ਼ਨ ਹੈ। ਸਮਝ ਆਉਂਦੀ? ਹਾਂਜੀ ਸਰ। ਹਾਂ ठीक है। ਹੁਣ ਅੱਗੇ ਕੀ ਕਹਿੰਦਾ, ਫॉर एग्जांपल a circular to rectangular waveguide transition has a gradual taper that exceeds over a distance of more than 2 lambdas। ठीक है। Similarly rectangular to circular is also possible if the circular waveguide carries T11 mode, rectangular waveguide operate in the dominant mode। वो ਕਿਹੜਾ ਹੋਣਾ T10, और vice versa, दोनों पासे। We can also have two rectangular waveguide tapers of different dimensions provided there is a match between their characteristic behavior। आ भी आ पॉइंट नोट करना साढ़े। We can also have two rectangular waveguide tapers of different dimensions। दो different dimension ਦੇ ਜਿਹੜੇ rectangular waveguide ਦੇ ਅਸੀਂ ਟੇਪਰਿੰਗ ਜੇ ਕਰਨੀ ਆ, ਸ਼ਰਤ ਇਹ ਆ ਕਿ ਉਹਨਾਂ ਦੇ ਵਿੱਚ ਉਹਨਾਂ ਦੀ characteristic impedance ਮੈਚ ਕਰਨੀ ਚਾਹੀਦੀ ਹੈ। ਠੀਕ ਹੈ। ਫਾਈਨਲੀ if a change of polarization direction is required, ਹੁਣ ਇੱਥੇ polarization ਦੀ ਗੱਲ ਆ ਗਈ। ਠੀਕ ਹੈ। if a change of polarization direction is required, a twist section may be used। ਉਹ 90 ਡਿਗਰੀ ਜਾਂ 45 ਡਿਗਰੀ ਦਾ ਅਸੀਂ ਉਹਨੂੰ ਟਵਿਸਟ ਕਰਕੇ ਉਹਦੀ ਜਾਂ ਉਹਨੂੰ ਵਰਟੀਕਲੀ ਜਾਂ ਹੌਰੀਜ਼ੌਂਟਲੀ ਪੋਲਰਾਈਜ਼ ਕਰ ਲੈਣਾ। ਠੀਕ ਹੈ ਨਹੀਂ, ਹੈਲਪ ਇਨ ਕਨਵਰਟਿੰਗ ਵਰਟੀਕਲ ਟੂ ਹੌਰੀਜ਼ੌਂਟਲ polarization or vice versa, yani horizontal to vertical। So twist may be included along the bends also। Directional coupler की very important direction। A 4-port network है commonly used for sampling a known fraction of microwave power flowing in a particular direction। ਕੀ ਹੁੰਦਾ, ਮਤਲਬ ਇੱਕ ਪੋਰਟ ਨੂੰ ਅਸੀਂ એનર્ਜਾਈਜ਼ ਕਰ ਦਿੰਦੇ, ਉਹਦਾ ਕੁਝ ਪਾਰਟ ਤਾਂ ਡਾਇਰੈਕਟਲੀ ਜੁੜ ਜਾਂਦਾ, ਕੁਝ ਕਪਲ ਹੋ ਜਾਂਦਾ, ਕੁਝ ਬੈਕ। ਮੈਂ ਤੁਹਾਨੂੰ ਦਿਖਾਣਾ ਅੱਗੇ। डायरेक्शनल कपलर कंसिस्ट ऑफ टू ट्रांसमिशन लाइन और वेवगाइड्स। ਕਿਹੜੀ ਆ ਉੱਪਰ ਵਾਲੀ ਮੇਨ, ਜਿਹਨੂੰ ਪ੍ਰਾਇਮਰੀ ਜਾਂ ਮੇਨ ਵੇਵਗਾਈਡ ਕਹਿੰਦੇ ਆ। ਠੀਕ ਹੈ। ਇੱਥੋਂ ਪਾਵਰ ਇਨਸੀਡੈਂਟ ਕਰਦੀ ਸੀ ਪੀਆਈ। ਠੀਕ ਹੈ। ਤੇ ਆ ਜਿਹੜੀ ਆ ਡਾਇਰੈਕਟ ਪਾਵਰ ਹੈ ਜਿਹੜੀ ਅਸੀਂ ਪੋਰਟ 2 ਤੇ ਰਿਸੀਵ ਕੀਤੀ ਆ, ਤੇ ਇੱਥੇ ਇੱਕ ਹੋਲ ਹੈ, ਇਹਦਾ ਕੁਝ ਪਾਰਟ ਪੋਰਟ 3 ਨੂੰ ਕਪਲ ਹੋ ਜਾਂਦਾ, ਤੇ ਇਹ ਜਿਹੜੀ ਪਾਵਰ ਇਹਨੂੰ ਅਸੀਂ ਕਪਲਡ ਪਾਵਰ ਵੀ ਕਹਿੰਦੇ ਆ। ਅਸੀਂ ਪੀਸੀ ਨਾਲ ਰਿਪਰੈਜ਼ੈਂਟ ਕਰਤਾ। ਕੁਝ ਬੈਕ ਹੋ ਜਾਂਦੀ ਹੈ, ਇਹਨੂੰ ਅਸੀਂ ਆਈਸੋਲੇਟਡ ਪਾਵਰ ਪੋਰਟ ਕਹਿੰਦੇ ਆ, ਜਾਂ ਜਿਹੜੀ ਪਾਵਰ ਬੈਕ ਹੋਈ ਇਹਨੂੰ ਪੀ ਦੇ ਪੈਰਾਂ 'ਚ ਬੀ ਸਬਸਕ੍ਰਿਪਟ। ਤੇ ਉੱਪਰ ਵਾਲਾ ਜਿਹੜਾ ਪੋਰਟ 1 ਤੇ ਪੋਰਟ 2 ਆ ਜਿਹੜੀ, ਇਹਨੂੰ ਮੇਨ ਵੇਵਗਾਈਡ ਜਾਂ ਪ੍ਰਾਇਮਰੀ ਮੇਨ ਵੇਵਗਾਈਡ ਬੋਲਦੇ ਆ। ਤੇ ਇਹਨਾਂ ਨੂੰ ਅਸੀਂ ਜਿਹੜਾ 3 ਤੇ 4 ਨਾਲ ਮਿਲ ਕੇ ਬਣਦਾ, ਇਹਨੂੰ ਆਕਸਿਲਰੀ ਜਾਂ ਸੈਕੰਡਰੀ ਵੇਵਗਾਈਡ ਬੋਲਦੇ। ਪਤਾ ਲੱਗ ਗਿਆ। 4 ਪੋਰਟ ਆ, ਇੱਕ ਸਿੰਗਲ ਹੋਲ ਦੀ ਗੱਲ ਦੱਸੀ ਆ।
पता लग गया? वेवगाइड्स आर कपल्ड टुगेदर बाय फ्रिंजिंग फील्ड्स, ठीक है। और इन केस ऑफ ए वेवगाइड by means of a small slots in such a manner that an incident power wave on one line is partly transferred to the other with a particular directional property। मैं पहले क्या पोर्ट 1 ਨੂੰ ਜੇ એનર્ਜਾਈਜ਼ ਕੀਤੀ ਇਹਦੀ ਜਿਹੜੀ ਪਾਵਰ ਹੈ पोर्ट 2 ਨੂੰ ਤਾਂ ਡਾਇਰੈਕਟਲੀ ਕਪਲ ਹੋ ਗਈ, ਠੀਕ ਹੈ, ਪਰ पोर्ट 3 ਜਿਹੜੀ ਆ ਡਾਇਰੈਕਟਲੀ ਇਹਨੇ ਰਿਸੀਵ ਕਰ ਲਈ। पोर्ट 3 ਇਹਦੇ ਨਾਲ ਕੁਝ ਪਾਰਟ ਇੱਧਰ ਕਪਲ ਹੋ ਗਿਆ, ਇਹਦਾ ਕੁਝ ਪਾਰਟ ਇੱਧਰ ਹੋ ਗਿਆ, ਇਹਨੂੰ कपल्ड पोर्ट भी बोलते हैं 3 कुछ बैक रिफ्लैक्टर जिन्होंने आइसोलेटेड पोर्ट। वैसे नॉर्मली आइसोलेटेड पोर्ट ऐसी होंगी आ ਜਿਹਦੇ ਵਿੱਚ ਪਾਵਰ ਬੇਸਿਕਲੀ ਆਈਡੀਅਲ ਕੇਸ ਦੇ ਵਿੱਚ ਨਹੀਂ ਆਉਣੀ ਚਾਹੀਦੀ ਵਾਪਸ, ਠੀਕ ਹੈ, ਠੀਕ ਹੈ। ਸੋ ਥੀਸ ਆਰ ਪੈਸਿਵ ਡਿਵਾਈਸਿਸ ਯੂਜ਼ਡ ਟੂ ਕਪਲ ਦੀ ਪਾਰਟ ਆਫ ਟਰਾਂਸਮਿਟਿੰਗ ਇਲੈਕਟ੍ਰੋਮੈਗਨੈਟਿਕ ਪਾਵਰ ਬਾਈ ਨੋਨ ਅਮਾਊਂਟ ਟੂ ਅਨਦਰ ਵੇਵਗਾਈਡ। ਯੈਸ, ਉੱਪਰ ਵਾਲਾ ਮੇਨ ਵੇਵਗਾਈਡ ਆ, ਥੱਲੇ ਵਾਲਾ ਜਿਹੜਾ ਐਗਜ਼ੂਲਰੀ ਵੇਵਗਾਈਡ ਆ, ਇਹਦਾ ਕੁਝ ਪਾਰਟ ਜਾਂ ਫ੍ਰੈਕਸ਼ਨਲ ਪਾਰਟ पोर्ट 3 ਦੇ ਵਿੱਚ ਜਾਂ पोर्ट 4 ਚ ਕਪਲ ਹੋ ਸਕਦਾ, ਜਾਨੀ ਅਸੀਂ ਉੱਥੇ ਵੀ ਕੁਝ ਪਾਰਟ ਆਫ એનર્ਜੀ ਜਿਹੜੀ ਰਿਸੀਵ ਕਰ ਸਕਦੇ ਹਾਂ। ਇਨਪੁਟ ਪੋਰਟ ਜਿਹਦੇ ਜਿਹੜੀ ਇਨਸੀਡੈਂਟ ਪਾਵਰ ਪੀ ਨਾਲ ਅਸੀਂ ਇਹਨੂੰ पोर्ट 1 ਤੇ ਇੰਸਟੈਂਟ ਕੀਤਾ, पोर्ट 2 ਤੇ ਅਸੀਂ ਡਾਇਰੈਕਟ ਪਾਵਰ ਰਿਸੀਵ ਕੀਤੀ, 3 ਤੇ ਕੁਝ ਪਾਵਰ ਕਪਲ ਹੋਈ, ਤੇ ਜਿਹੜੀ ਬੈਕ ਪਾਵਰ ਆ ਆਈਸੋਲੇਟਡ ਪੋਰਟ ਤੇ ਉਹਨੂੰ PV4 ਨਾਲ ਜਾਂ P4 ਨਾਲ ਰਿਪਰੈਜ਼ੈਂਟ ਕਰਦੇ। 1 ਤੇ 2 ਜਿਹੜੀ ਉਹ ਪ੍ਰਾਇਮਰੀ ਮੇਨ ਵੇਵਗਾਈਡ ਬਣਦੀਆਂ। फ्रैक्शन ऑफ द इनपुट इज obtained at पार्ट 3 ਉਹਨੂੰ ਕਪਲਡ ਪੋਰਟ ਪਹਿਲਾਂ ਹੀ ਦੱਸਤਾ, ਤੇ ਜਿਹੜੀ ਆਫਨ पोर्ट 4 ਉਹਨੂੰ ਆਈਸੋਲੇਟਡ ਪੋਰਟ ਕਰਦੇ ਆ which is matched with a load of typically 50 ohm with matched termination at all its port। properties of ideal directional coupler can be summarized। ਅਗਰ ਕਹਿੰਦਾ ਸਾਰੇ ਪੋਰਟਸ ਦੇ ਮੈਚ ਟਰਮੀਨੇਸ਼ਨ ਹੋਵੇ, ਫਿਰ ਆਈਡੀਅਲ ਡਾਇਰੈਕਸ਼ਨਲ ਕਪਲਰ ਦੀ ਪ੍ਰੋਪਰਟੀ ਨੂੰ ਕਿੱਦਾਂ ਸਮਰਾਈਜ਼ ਕਰਨਾ। ਆ ਦੇਖੋ 1 ਤੋਂ 2 ਜਦੋਂ ਪਾਵਰ 1 ਤੋਂ 2 ਨੂੰ ਟਰੈਵਲ ਕਰਦੀ ਆ, ਇਹਦਾ ਫਿਕਸਡ ਪੋਰਸ਼ਨ ਜਿਹੜਾ ਆ, ਇਹ ਫਿਕਸਡ ਪੋਰਸ਼ਨ ਆਫ ਦਿਸ ਪਾਵਰ ਐਟ पोर्ट 3 ਐਂਡ देयर इज नो पोर्ट एट पोर्ट 4। मतलब ठीक है 1 ਤੋਂ 2 ਤਾਂ ਜਾਣਾ ਹੀ ਜਾਣਾ, ਪਰ ਉਹਦਾ ਕੁਝ ਫਿਕਸਡ ਫ੍ਰੈਕਸ਼ਨ ਉਸ ਪਾਵਰ ਦਾ 3 ਤੇ ਵੀ ਮਿਲਦਾ, ਪਰ ਨੋ ਆਊਟਪੁੱਟ ਐਟ पोर्ट 4। ਇਹ ਆਈਡੀਅਲ ਕੇਸ ਹੈ। ਕਨਵਰਸਲੀ ਦੂਜੇ ਪਾਸੇ ਜੇ पोर्ट 2 ਨੂੰ ਅਸੀਂ ਐਨਰਜਾਈਜ਼ ਕਰੀਏ 1 ਵੱਲ, ਤੇ ਉਹਦਾ ਕੁਝ ਪਾਰਟ पोर्ट ਇਹ ਫ੍ਰੈਕਸ਼ਨ ਆਫ ਦਿਸ ਸਿਗਨਲ ਅਪੀਅਰਸ ਐਟ पोर्ट 1। ऑब्वियसली कुछ पार्ट का 1 ਤੇ ਦਿਖਣਾ ਜਦੋਂ 2 ਤੋਂ ਜਾਣਾ ਜਿਹੜੀ ਡਾਇਰੈਕਟ ਹੋ ਗਈ, ਤੇ ਕੁਝ ਪਾਰਟ पोर्ट 4 ਦੇ ਨਾਲ ਕਪਲ ਹੋ ਜਾਣਾ, ਤੇ पोर्ट 3 ਤੇ ਕੁਝ ਨਹੀਂ ਹੋਣਾ, ਫਿਰ ਉਹ ਆਈਸੋਲੇਟਡ ਬਣ ਜਾਏਗੀ। ਜਦੋਂ 1 ਤੋਂ 2 ਜਾਣਾ, 2 ਡਾਇਰੈਕਟ ਹੋ ਗਈ, 3 ਕਪਲਡ ਹੋ ਗਈ, 4 ਆਈਸੋਲੇਟਡ ਹੋ ਗਈ। ਜਦੋਂ 2 ਤੋਂ 1 ਜਾਣਾ, 1 ਡਾਇਰੈਕਟ ਹੋ ਗਈ, 4 ਕਪਲਡ ਹੋ ਗਈ, ਤੇ 3 ਆਈਸੋਲੇਟਡ ਹੋ ਗਈ। ਕਲੀਅਰ? ਇਦਾਂ। ਸੋ ਜੇ ਚਾਰੋਂ ਪੋਰਟਸ ਮੈਚਡ ਹੋਣ, ਇਫ 3 of them are terminated in match load, then 4th is automatically terminated match load। पता लग गया? सो कुछ इस तरह दी ਇਹਦੀਆਂ ਪ੍ਰੋਪਰਟੀਜ਼ ਨੇ। ਆਪਾਂ ਇਹਦੀ ਹੁਣ ਪਰਫਾਰਮੈਂਸ ਕਰੈਕਟਰਿਸਟਿਕਸ ਦੀ ਗੱਲ ਕਰਦੇ ਹਾਂ। ਜਿਹੜੀ ਡਾਇਰੈਕਸ਼ਨਲ ਕਪਲਰ ਹੈ ਉਹਨੂੰ ਕਰੈਕਟਰਾਈਜ਼ ਕਿੱਦਾਂ ਕੀਤਾ, ਉਹਦੀ ਪਰਫਾਰਮੈਂਸ ਕਰੈਕਟਰਿਸਟਿਕਸ ਨਾਲ। ਇਹਦੀਆਂ ਉਹ ਆ ਪਾਵਰ ਪੈਰਾਮੀਟਰ ਨੇ। ਕਪਲਿੰਗ ਫੈਕਟਰ ਕੀ ਹੈ ਦੇਖੋ, ਇਟ ਇਜ਼ ਡਿਫਾਈਨਡ ਐਜ਼ ਦੀ ਰੇਸ਼ੀਓ ਆਫ ਦੀ ਇਨਸੀਡੈਂਟ ਪਾਵਰ ਟੂ ਦੀ ਕਪਲਡ ਪਾਵਰ। ਆਪਾਂ 10 log base 10 ਦੇ ਨਾਲ ਲੈਨੇ ਤਾਂ, ਠੀਕ ਹੈ ਨਾ, ਡੀਵੀ ਚ ਇਹਨੂੰ ਮੈਜ਼ਰ ਕਰਦੇ ਆ। ਤੇ ਪੀਆਈ ਜਿਹੜੀ ਕੀ ਸੀਗੀ 1 ਵਾਲੀ, ਪੀਸੀ ਕਪਲਡ ਕੀ ਉਹ 3 ਵਾਲੀ, ਡੀਵੀ ਚ ਅਸੀਂ ਮੈਜ਼ਰ ਕਰਨਾ। ਸੋ ਕਪਲਿੰਗ ਫੈਕਟਰ ਇਦਾਂ ਉਹ ਕਹਿੰਦਾ ਕਪਲਿੰਗ ਇਜ਼ ਨਾਟ ਕਾਂਸਟੈਂਟ, ਕਿਉਂ, ਬਟ ਵੇਰੀਜ਼ ਵਿਦ ਫ੍ਰੀਕੁਐਂਸੀ। ਤਾਂ ਦਿਸ ਡਿਪੈਂਡੈਂਸ ਮਸਟ ਬੀ ਐਜ਼ ਮਿਨੀਮਮ ਐਜ਼ ਪੋਸੀਬਲ। ਕਹਿੰਦਾ ਜਿਹੜੀ ਫ੍ਰੀਕੁਐਂਸੀ ਤੇ ਡਿਪੈਂਡੈਂਸ ਹੈ, ਕਿਉਂਕਿ ਕਪਲਿੰਗ ਉਹਦੇ ਨਾਲ ਵੇਰੀ ਇਹ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਕਿ ਉਹ ਥੋੜੀ ਸਟੇਬਲ ਰਹੇ। अगर डायरेक्टिविटी की है, ये भी रेशियो आ, रेशियो ऑफ द कपल्ड पावर टू दैट ऑफ द पावर एट द आइसोलेटेड पोर्ट। हाल है मतलब P3/4, ठीक है ना, डीवी से मेयर करनी है। पर नॉर्मली की है डी शुड बी इनफाइनाइट आइडियल केस कितना, क्योंकि पोर्ट 4 से तो कोई पावर कपल होंगी नहीं। सो समथिंग बट 0 मीन्स इनफिनिटी, पर प्रैक्टिकली इट शुड बी हाई। आइडियली कहता असं तो उन्होंने इनफाइनाइट कह देवे, पर प्रैक्टिकली हाई नहीं होंगी, प्रैक्टिकली इनफाइनाइट नहीं होंगी, हाई जरूर हो सकती है, क्योंकि बहुत घट पावर कपल सॉरी बैक जाती है, बैक पावर जी P4 से। तो डायरेक्टिवली इज़ नॉट डायरेक्टली मेजर्ड, पर कितना इनू मेजर करते हैं। एक एग्जाम्पल लई आ, फॉर ए टिपिकल डायरेक्शनल कपलर मान लो जिदा सी जी कपलिंग फैक्टर आप उपर लिखा, और देखो सी जोड़ा कपलिंग जी कपलिंग फैक्टर वो मान लो 20 है, ठीक है, 20 dB है। तो एग्जाम्पल ही है। तो जी डायरेक्टिविटी आ
ਉਹ 60 dB ਹੈ, ਇੱਕ ਐਗਜ਼ਾਮਪਲ ਵਾਸਤੇ, ਠੀਕ ਹੈ। ਹੁਣ ਆਪਾਂ ਇਹਨੂੰ ਕਪਲਿੰਗ ਫੈਕਟਰ ਨੂੰ ਉੱਪਰ ਵਾਲੀ ਇਕੁਏਸ਼ਨ 'ਚ ਪੁੱਟ ਕਰ ਦਿੰਦੇ, ਮਤਲਬ ਉੱਥੇ C ਦੀ ਵੈਲਿਊ ਦਿੱਤੀ ਆ, ਦੇਖੋ ਇਹਦੇ ਵਿੱਚ ਇੱਥੇ ਪੁੱਟ ਕਰਤਾ, ਠੀਕ ਹੈ, ਕਰਤਾ ਨਾ 10 log 10 P1 ਬਟੇ P3। ਹੁਣ ਆ 10 ਹੈ ਤੇ 20 ਦੇ ਨੀਚੇ ਆ ਗਿਆ, 2 ਰਹਿ ਗਿਆ, 2 ਰਹਿ ਗਿਆ। ਜੇ ਮੈਂ ਇਤੋਂ log ਹਟਾਉਣਾ, ਮੈਨੂੰ ਇਹਦਾ ਐਂਟੀ log ਲੈਣਾ ਪਊਗਾ, ਪਤਾ ਲੱਗ ਗਿਆ। ਫਿਰ ਕੀ ਕਰੂਗਾ, ਜਿਹੜਾ ਆ 10 ਆ ਇਹ 2 ਦਾ ਬੇਸ ਬਣ ਜਾਊਗਾ, 2 ਪਾਵਰ ਬਣ ਜੂ, ਪਤਾ ਲੱਗ ਗਿਆ। इधर हो गया 100, log उड़ गया, 100 रह गया ना, टेकिंग एंटी लॉग लैंड, ठीक है ना। तो इतों हम P3 कट 100 ये नीचे आ गया, ਇਹਦਾ मतलब ਜਿਹੜੀ कपल्ड पावर आ इनपुट पावर ਦਾ 100th है, समझ आ गई। हाँ जी सर। हेलो, हाँ जी सर, मतलब 1 हाँ जी सर। कपल्ड पावर ਦਾ। ਜੇ ਆਪਾਂ 60 ਦੀ ਗੱਲ ਲਈਏ ਡਾਇਰੈਕਟਲੀ 60 ਉਸੇ ਤਰੀਕੇ ਨਾਲ 60 = 10 log base P3 ਬਟੇ P4, 60 10 ਇਹਦੇ ਨੀਚੇ ਆ ਕੇ ਇਧਰ 6 ਆ ਗਿਆ, ਹੁਣ 10 ਦੀ ਪਾਵਰ 6 ਹੋ ਗਿਆ, ਇਧਰ log ਰਹਿ ਗਿਆ, ਐਂਟੀ log ਲੈਣਾ ਤੇ ਇਧਰ 10 ਜਿਹੜਾ ਬੇਸ ਬਣ ਜਾਊਗਾ ਕਿਹਦਾ, 6 ਦਾ, 6 ਪਾਵਰ ਬਣ ਜੂ। ਸੋ 10 ਦੀ ਪਾਵਰ 6 ਮੀਨਸ 10 ਲੱਖ, ਠੀਕ ਆ, 1 ਮੈਗਾ। ਇਹਦਾ ਮਤਲਬ ਜੇ ਮੈਂ ਇੱਥੇ PB ਕੱਢਣੀ ਆ ਤੇ PC ਦੇ ਨੀਚੇ ਲੈ ਆ, ਹੁਣ ਦੇਖ PB ਕੀ ਆ, ਕਪਲਡ ਪਾਵਰ ਦਾ मतलब 1 मिलियनथ पार्ट आ, बल्ले बल्ले इन्नी घट। और PC की सी कपल्ड, कपल्ड, और जी PC सी वो इंसीडेंट पावर का की सी 100th, इत्थे इहदी वैल्यू पुट कर दे ते आ 10 की पावर 8 हो गई, लै देख ला, ਇਹਦਾ मतलब जी बैक पावर किन्नी घट आ इंसीडेंट पावर का, देख आ 10 की पावर 7 1 करोड़, जानी 10 करोड़ मा हिस्सा कह ला, बल्ले बल्ले बल्ले, बहुत घट, पता लग गया। इस करके बड़ी स्मॉल है। सो दिस पावर, दस पावर कमिंग आउट ऑफ आइसोलेटेड पोर्ट कैन बी नेगलैक्टेड, इन्नी छोटी असी नेगलैक्ट कर देने, वो पै गई पल्ले। हेलो, हाँ जी सर। अगली जी करैक्टरिस्टिक प्रॉपर्टी है कि परफॉर्मेंस आइसोलेशन की होंगी है, ये भी एक रेशियो आ, इट इज डिफाइंड एज द डिफरेंस इन सिग्नल लैवल्स, सिग्नल लैवल डिफरेंस इन सिग्नल लैवल्स हुण मेजर भी डी विच करना बिटवीन इनपुट पोर्ट एंड आइसोलेटेड पोर्ट। इनपुट कड़ी 1, आइसोलेटेड कड़ी 4, ऐदा ही रेशियो आ जाए ये कह लीए। पर उदों की आ वैन दी आउटपुट पोर्ट या कपल्ड पोर्ट्स आर टर्मिनेटेड इन मैच लोड, ठीक है नहीं। फिर आउटपुट कड़ी 2 ते कपल्ड कड़ी 3, वो 2 ते 3 मैच लोड दे विच जदों टर्मिनेट होण, फिर ऐदां दी इन्हां दी रेशियो लैके उत्थों आइसोलेशन निकलदी है। वैसे आइसोलेशन का मतलब है आइसोलेटेड पोर्ट वाली जिहड़ी पावर है उहनूं जरूर रखना, अंडरस्टूड है ना, P1 बटे P4, पता लग गया। ਜਾਂ ਇਹਨੂੰ ਅਸੀਂ ਡਿਫਾਈਨ ਕਰਦੇ ਹਾਂ ਰੇਸ਼ੀਓ ਆਫ ਦੀ ਇੰਸਟੈਂਟ ਪਾਵਰ ਟੂ ਦੀ ਆਈਸੋਲੇਟਡ ਬੈਕ ਪਾਵਰ, ਹੈ ਨਾ, ਇਦਾਂ ਡੀਵੀ ਦੇ ਵਿੱਚ, ਪਤਾ ਲੱਗ ਗਿਆ, ਸਮਝ ਆਈ। ਹਾਂ 10, हाँ जी सर। ਹਾਂ जी सर। ਹਾਂ, ਸੋ ਇੱਥੇ 10 ਮਿਸਿੰਗ ਹੈ। ਇਟ ਮੇ ਬੀ ਨੋਟਡ ਦੈਟ ਆਈਸੋਲੇਸ਼ਨ ਡੀਵੀ ਇਕੁਅਲਸ, ਹੁਣ ਉਹਨੇ ਨੋਟ ਕੀ ਕਹਿੰਦਾ, ਆਈਸੋਲੇਸ਼ਨ ਐਂਡ ਡੀਵੀ ਇਕੁਅਲਸ ਕਪਲਿੰਗ ਫੈਕਟਰ ਪਲੱਸ ਡਾਇਰੈਕਟਿਵਿਟੀ। ਆ ਦੇਖੋ, ਆਈਸੋਲੇਸ਼ਨ ਜੇ ਮੈਂ ਡੀਵੀ ਚ ਮੇਜਰ ਕਰਨਾ ਤੇ ਕਿਹਦੇ ਬਰਾਬਰ ਹੈ, कपलिंग फैक्टर प्लस डायरेक्टिविटी, यानी इन्होंने दोनों के सम के बराबर आइसोलेशन है। किदां आप इहनूं मैथमेटिकली देखते, डी आप पहला इदां नोट की है, डी नोट की है ना, इदां डायरेक्टिविटी आप इसे जी P1 आ जी हाँ मैनुपुलेट इट विद P1, ऐसे इक्वेशन आप P3 भी P1 ना बढ़ता तो P4 भी P1 ना बढ़ता। जी P3 बटे P1 आ देख लॉग बन गया, 10 तो अगे रह गया, लॉग m बटे ऊपर वाला m बटे n, सो लॉग m बटे n, लॉग m बटे n मीन्स लॉग m माइनस n, पता लग गया। लॉग वाला फार्मूला लगना इथे, ठीक है, फर्स्ट ईयर का मैथ। सो पहले ऊपर वाली पावर 10 नाल ही रहना, थले माइनस दूजे वाली लोअर वाली पावर, ये m बटे n हो गया ना, लॉग m बटे n मीन्स लॉग m माइनस लॉग n, इतना होगा। तो हुण की कीता आपां इनू, यस इत्थे की कीता, आ देखो रेशियो चेंज कर दियां, जे P1 ऊपर ले जावां P3 ते आ जाना, ये नैगेटिव हो जाऊ, जे ਇਹਦੀ भी रेशियो ऊपर ले जा P1 ऊपर ले जा P4 थले, ये भी नैगेटिव, सो नैगेटिव नैगेटिव ये पॉजिटिव हो गया, पता लग गया। हुण पॉजिटिव वाली टर्म असीं अगे रख ली ते नैगेटिव वाली पिछे रख ली, क्लीयर। ते जिहड़ी पॉजिटिव वाली टर्म, मेरी गल समझ आ गई। हाँ जी सर। हाँ आ हो गई डी, उदां आपां आ की कढिया सी आई, आइसोलेशन आइसोलेटेड पोर्ट है ना, तो एक ही कड़ी सी सी, आई माइनस सी हो गई, जो सी दूजे पास ले जाएगा तो वो पॉजिटिव होगी,
सो आइसोलेशन की हो गई डी ते सी का सम क्लीयर हाँ जी सर हाँ डायरेक्टिविटी ते कपलिंग फैक्टर का सम हो गया ਇਹਦਾ ਸਕੈਟਰਿੰਗ ਪੈਰਾਮੀਟਰ ਨੋਟ ਕਰਨਾ ਕਰ ਲਿਓ ਅੱਗੇ ਤੁਹਾਡੀ ਮਰਜ਼ੀ ਆ ਮਤਲਬ ਇਹ ਵੀ ਕਿਉਂਕਿ 4 ਪੋਰਟਾਂ ਤੇ 4 ਹੀ ਪੋਰਟਾਂ ਦੀ ਗੱਲ ਕੀਤੀ ਆ 4 ਪੋਰਟਾਂ ਦੀ ਗੱਲ ਕੀਤੀ ਆ ਪਤਾ ਲੱਗ ਗਿਆ 4 ਪੋਰਟਾਂ ਮਤਲਬ ਆਰਡਰ ਜਿਹੜਾ 4x4 ਦਾ ਹੀ ਬਣਨਾ ਜੇ ਕਹਿੰਦਾ ਇਫ ਆਲ ਦਾ ਪੋਰਟਸ ਆਰ ਪਰਫੈਕਟਲੀ ਮੈਚ ਟੂ ਦੀ ਜੰਕਸ਼ਨ ਦੈਨ देयर ਵਿਲ ਬੀ ਨੋ ਰਿਫਲੈਕਸ਼ਨ ਸੋ ਇੱਥੇ 1 1 ਆ 2 2 ਆਉਣਾ ਆ ਨਹੀਂ ਆਉਣਾ 2 2 3 3 4 4 ਇਹ 0 ਤੇ देयर इज नो कपलिंग बिटवीन पोर्ट 1 एंड 3 ਤੇ 1 ਤੇ 3 ਦੇ ਵਿੱਚ ਕੋਈ ਕਪਲਿੰਗ ਨਹੀਂ ਓਕੇ 1 4 4 1 2 3 3 2 ਇਹ ਵੀ 0 ਹੋ ਗਿਆ ਸੋ ਇਦਾਂ ਆ ਵੈਲਿਊ ਪੁੱਟ ਆ ਥੋੜੇ ਜਿਹਾ ਤੁਹਾਨੂੰ ਰੱਖਣਾ ਪੈਣਾ ਠੀਕ ਨਹੀਂ ਸਮਝ ਆ ਗਈ i ਤੇ j ਅਗਲੀ ਪ੍ਰੋਪਰਟੀ ਇਦਾਂ ਹੋ ਗਈ 2 3 ਦੇ 3 2 ਦੇ 1 3 ਦੇ 3 1 ਦੇ 2 4 ਦੇ 4 2 ਦੇ 3 4 ਦੇ 4 3 ਦੇ 4 1 ਦੇ 1 4 ਦੇ ਇਹਨਾਂ ਜਿੱਥੇ ਜਿੱਥੇ ਇਹ ਬਰਾਬਰ ਹੋਗਾ ਜਿੱਥੇ ਹੁਣ ਆ ਜਿਹੜੇ ਆ 1 2 ਜਾਂ 1 4 ਜਾਂ 2 3 ਜਾਂ 3 4 ठीक है इन्हों की वैल्यू असी कढ़नी अगली पैरामीटर एस इंटू एस स्टैरिक आइडेंटिटी के बराबर आ रख लेते हैं समझ आ गई R1 C1 R2 C2 R3 C3 R1 C3 लास्ट में यही लेना ठीक है तो इसका स्कैटरिंग इतों आप सबट्रैक्ट करके 4.81 4.8 चों असी आ 2 वैल्यू कढ़ ली पता लग गया अगले विचों भी कढ़ ली और देखो 4 82 81 चो घटा दो तो अगले 2 असी एलीमेंटल वैल्यू कढ़ ली 1 2 3 4 ਦੇ ਬਰਾਬਰ ਇਹਨਾਂ ਨੂੰ ਅਸੀਂ ਕਹਿੰਦਾ ਇਹ ਜਿਹੜੇ ਰੀਅਲ ਹੈ ਐਂਡ ਪੋਜ਼ਿਟਿਵ ਹੈ ਸੋ 485 ਦੇ ਵਿੱਚ ਇਹਦੀ ਗੱਲ ਕੀਤੀ ਸੋ ਆ ਹੁਣ ਇਹਦੇ ਬਰਾਬਰ ਰੱਖ ਲਿਆ ਫਿਰ 483 ਤੇ 484 ਨੂੰ ਯੂਜ਼ ਕਰਕੇ ਅਸੀਂ ਆ ਵੈਲਿਊ ਰੱਖੀ ਇਹਦੇ ਵਿੱਚੋਂ ਇੱਥੇ ਇਨਟੂ ਆ p ਇਨਟੂ p ਵਿੱਚੋਂ ਕਾਮਨ ਕੱਢ ਲਿਆ ਸਮ ਹੋ ਗਿਆ ਕਿਉਂਕਿ ਹੁਣ ਇੱਥੇ ਆਈਦਰ p ਇਜ਼ ਇਕੁਅਲ ਟੂ 0 ਔਰ ਜਾਂ ਸਮ ਇਜ਼ ਇਕੁਅਲ ਟੂ 0 ਪਾਵਰ ਤਾਂ 0 ਹੋ ਹੀ ਨਹੀਂ ਸਕਦੀ वो तो रियल एंड पॉजिटिव है इस करके आ सम नूं 0 रख लो तो जो रखा दूजा पासा टर्म जी कंपलैक्स कंजूगेट है ना ये वो इमेजिनरी टर्म आ गई पता लग गया 2 3 की वैल्यू जे वाई के बराबर मान ली माइनस जे ओ प्लस जे वाई और जे वाई इस तरीके ना S2 3 मस्ट भी इमेजिनरी उन्होंने जे क्यू के बराबर मान लिया 2 3 तो जे 1 4 नूं S1 4 नूं इनू 2 3 का कंपलैक्स कंजूगेट 1 2 का कंपलैक्स कंजूगेट तो ऐदा असी वैल्यू पुट करके आ चीज़ कट ली समझ आ गई पता लग गया इनू करना कर लो नहीं तो बेशक रहन दो जे तुहाडे समझ आउंदा तो कर लो अगर तो 10 नंबर का आउंदा फिर डायग्राम भी काफ़ी है वो तीनों परफॉर्मेंस करैक्टरिस्टिक्स कढ़नियां काफ़ी है तो एप्लीकेशन वगैरह लिखने लिख दो जे आ टाइम होगा तो फिर कर लियो जे 10 नंबर का आउंदा क्वेश्चन का पर अगे पता कुछ नहीं कि ऑनलाइन पेपर होने या ऑफलाइन होने ਹੁਣ ਅੱਗੇ ਮਿੰਟ 2 ਰਹਿ ਗਿਆ ਟਾਈਪਸ ਆਫ ਡਾਇਰੈਕਸ਼ਨਲ ਕਪਲਰ हाँ there are variety of ways in which auxiliary arm may be coupled to the main guide to have a directional coupler most common है auxiliary ਨੂੰ main guide ਦੇ ਨਾਲ ਅਸੀਂ main wave guide ਨਾਲ ਜੋੜ ਦਿੰਦੇ ਆ ਤਾਂ ਕਿਸੇ ਨੂੰ directional coupler ਮਿਲੇ ਇਹਨੂੰ ਅਸੀਂ ਬੈਥੇ ਜਾਂ ਸਿੰਗਲ ਹੋਲ ਵੀ ਕਹਿੰਦੇ ਆ ਦੇਖੋ ਇਹ ਤੁਸੀਂ ਨੋਟ ਕਰ ਸਕਦੇ ਆ ਠੀਕ ਹੈ ਤੇ 2 ਹੋਲ ਡਾਇਰੈਕਸ਼ਨਲ ਕਪਲਰ ਵੀ ਆ ਦੇਖੋ पर एक होल तो लैके दूजी होल के जो गैप और लैम्डा G/4 का उपर मेन वेव गाइड ऑक्सिलरी वेव गाइड ठीक है वही डायरैक्ट आ कपल्ड आ इनपुट ते आ बैक समझ आ गई पल्ले पै गई हाँ ये तुसी देख लियो 2 होल्स दे विच जिहड़ा क्वार्टर गाइड वेवलेंथ और उन्होंने क्वार्टर गाइड वेवलेंथ भी बोलते हैं क्वार्टर वेव गाइड वेवलेंथ कह लो लैम्डा जी गाइड वेवलेंथ क्वार्टर मीनस 1/4 ठीक है इन्हां दे विच पाथ डिफरेंस ऐदां उन्हें कढ़िया आ देखो पाथ 2 चीज़ां लैणियां पाथ डिफरेंस ते फेज डिफरेंस 2 पाई बटा लैम्डा जी इनटू पाथ डिफरेंस इनू इन्ना गुणा कर दी लैम्डा G/2 ठीक है 2 ਨਾਲ 2 कट गया लैम्डा जी ने पाई रह गया सो जो फेज डिफरेंस है वो पाई रह गया देखो ड्यू टू द फेज डिफरेंस पाई बिटवीन 2 वेव्स दे विच फेज डिफरेंस 180 डिग्री का the waves which are being cancelled and there is no output at 4 pole जे 2 waves ਦੇ phase difference 180 डिग्री ਦਾ ਹੋਵੇ path difference ਇੰਨਾ ਹੋਵੇ ਤੇ phase difference ਆਪਾਂ ਇਦਾਂ ਕੱਢਣਾ ਫਿਰ ਜਿਹੜੀ back power 0 ਹੋਗੀ ਜੇ 180 डिग्री ਦਾ 2 ਪਾਵਰ मतलब 2 waves ਦੇ ਵਿੱਚ 180 ਦਾ phase difference on the other hand अगर 2 waves traveling towards right are in phase ਆ ਦੇਖੋ ਫਿਰ ਉਹਨਾਂ ਦੀ reinforcing ਹੋ ਜਾਣੀ ਜਾਨੀ ਐਡ ਅਪ ਹੋ ਜਾਣੇ
ਤੇ ਉਹ ਸਾਨੂੰ ਆਊਟਪੁੱਟ 3 ਤੇ ਮਿਲੂ। ਪਤਾ ਲੱਗ ਗਿਆ। 10 an output appears at port 3 and no power is coupled to at port 4. The amount of power coupled port 3 depends upon the size and locations of the holes in a common bar. ਇਹਨੂੰ ਕੁਝ ਕੱਲ ਡਿਸਕਸ ਕਰ ਲਾਂਗੇ। 1 ਮਿੰਟ ਤੋਂ ਘੱਟ ਰਹਿ ਗਿਆ। ਸਕਰੀਨਸ਼ਾਟ ਲੈ ਲਓ। ਹੈਲੋ हाँ जी सर ले लिया स्क्रीनशॉट। ठीक है नहीं? ओके गुड डे।